छा गया। मीरा दा चीक चिहाड़ा झल्लिया नहीं जा रहा सी। हाय हाय रब्बा, मैं यतीम हो गई वे, मैं सिरों नंगी हो गई वे। तरह तरह ਦੇ ਵਹਿਣ ਸੁਣਨ ਵਾਲੇ ਦੇ ਦਿਲ ਨੂੰ ਛਲਣੀ ਕਰ ਰਹੇ ਸਨ। ਇਹਨਾਂ ਦੀ ਬਰਾਦਰੀ ਵਿੱਚ ਗੁਰੂ ਚੇਲੇ ਦਾ ਰਿਸ਼ਤਾ ਹੀ ਸਭ ਕੁਝ ਹੁੰਦਾ ਹੈ। ਜੁਗਨੂ, ਕੌੜਾ ਮੱਲ ਤੇ ਲਾਲੀ ਵੀ ਹੰਝੂਆਂ ਭਰੀ ਵਿਦਾਇਗੀ ਦੇ ਰਹੇ ਸਨ। ਮੀਰਾ ਨੇ ਵਾਲ ਖੋਲ ਕੇ ਚਿੱਟੇ ਕੱਪੜੇ ਪਾ ਲਏ, ਜਿਸ ਤਰ੍ਹਾਂ ਕਿਸੇ ਸੁਹਾਗਣ ਦਾ ਸਿਰ ਦਾ ਸਾਈਂ ਮੁੱਕਿਆ ਹੋਵੇ। ਬੁਲਬੁਲ ਦੀ ਦੇਹ ਨੂੰ ਚਾਰੇ ਧਰਮ ਅਸਥਾਨਾਂ ਤੋਂ ਲਿਆਂਦੇ ਜਲ ਨਾਲ ਨਵਾਇਆ ਗਿਆ। ਕਫਨ ਦੇ ਰੂਪ ਵਿੱਚ ਸੁੰਦਰ ਬਸਤਰ ਪਹਿਨਾਏ ਗਏ। ਉਸ ਦੀ ਅਰਥੀ ਦੇ ਪਿੱਛੇ ਬੈਂਡ ਵਾਜੇ ਦੀ ਧੁਨ ਵੱਜ ਰਹੀ ਸੀ। ਸ਼ਹਿਰ ਦੇ ਨਾਮੀ ਲੋਕ ਮਈਅਤ ਵਿੱਚ ਹਾਜ਼ਰ ਹੋਏ। ਇਤਰ ਫਲੇਲਾਂ ਦਾ ਛਿੜਕਾਅ ਚਾਰੇ ਪਾਸੇ ਹੋ ਰਿਹਾ ਸੀ, ਜਿਵੇਂ ਕਿਸੇ ਦੇਵਤੇ ਦੀ ਵਿਦਾਇਗੀ ਹੋ ਰਹੀ ਹੋਵੇ। ਸੁੱਚੀ ਮਿੱਟੀ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਅਲਵਿਦਾ ਕਹੀ ਜਾ ਰਹੀ ਸੀ। ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦੀਆਂ ਪੱਤੀਆਂ ਮ੍ਰਿਤਕ ਦੇਹ ਤੇ ਬਰਸਾਈਆਂ ਜਾ ਰਹੀਆਂ ਸਨ। ਮੀਰਾ ਮਨੋ ਮਨ ਸੋਚ ਰਹੀ ਸੀ ਕਿ ਕਿੰਨੇ ਅਜਬ ਦੀ ਗੱਲ ਹੈ ਕਿ ਇਹ ਦੁਨੀਆ ਵਿੱਚ ਖੁਸਰਿਆਂ ਦਾ ਆਉਣਾ ਜਾਣਾ ਆਮ ਇਨਸਾਨਾਂ ਵਾਂਗ ਹੀ ਹੈ, ਪਰ ਫਿਰ ਜ਼ਿੰਦਗੀ ਕਿਉਂ ਡੰਡਿਆਂ ਦੀ ਸੇਜ ਵਰਗੀ ਹੁੰਦੀ ਹੈ। ਹਰ ਦਿਨ ਨਵਾਂ ਜਹਾਦ, ਨਵੀਂ ਮੁਸੀਬਤ ਨਾਲ ਲੜ ਕੇ ਰੁਖਸਤ ਹੋਏ ਇਹ ਇਨਸਾਨ ਤਾਂ ਜ਼ਿੰਦਗੀ ਵਿੱਚੋਂ ਅਸਲੀ ਜੇਤੂ ਹੋ ਕੇ ਨਿਕਲਦੇ ਹਨ। ਮਰਦ ਤਾਕਤ ਦੇ ਜ਼ੋਰ ਤੇ ਅਤੇ ਔਰਤ ਹੁਸਨ ਦੇ ਜ਼ੋਰ ਤੇ ਵਸ ਜਾਂਦੀ ਹੈ, ਪਰ ਖੁਸਰੇ ਵਿਚਾਰੇ ਤਾਂ ਬੇਬਸੀ ਨੂੰ ਸਬਰ ਨਾਲ ਕੱਟਦੇ ਨੇ। ਪੰਜਾਬ ਅਤੇ ਹਿੰਦੁਸਤਾਨ ਦੇ ਹੋਰ ਰਾਜਾਂ ਵਿੱਚ ਕੁੱਲ ਮਿਲਾ ਕੇ 1000 ਚਿੱਠੀ ਪਾਈ ਗਈ। ਮਾਤਮ ਦਾ ਮਾਹੌਲ ਪੂਰਾ ਸਵਾ ਮਹੀਨਾ ਚੱਲਣਾ ਸੀ। ਬੰਬਈ, ਬੀਕਾਨੇਰ, ਪੂਨੇ ਤੇ ਲਖਨਊ ਤੋਂ ਮਹੰਤ ਖੁਸਰਿਆਂ ਦੀਆਂ ਟੋਲੀਆਂ 10 ਦਿਨ ਲਈ ਨਬੀਪੁਰ ਪਹੁੰਚੀਆਂ। ਮੀਰਾ, ਜੁਗਨੂ ਅਤੇ ਕੌੜੇ ਮੱਲ ਨੇ ਸਾਰੇ ਪੁਖਤਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤੇ। ਗੋਰੀ ਕੋਠੀ ਦੇ ਨੇੜਲੇ ਪੈਲਸ ਨੂੰ 10 ਦਿਨ ਲਈ ਬੁੱਕ ਕਰ ਲਿਆ। ਖੁਸਰਿਆਂ ਦੇ ਰਹਿਣ ਲਈ ਟੈਂਟਾਂ ਵਿੱਚ ਗੱਦੇ ਸੁੱਟ ਕੇ ਸੌਣ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ। ਦੂਰੋਂ ਨੇੜਿਓਂ ਆਏ ਖੁਸਰੇ ਦਿਨ ਰਾਤ ਉੱਥੇ ਹੀ ਰਹਿੰਦੇ। ਰੋਟੀ ਪਾਣੀ ਲਈ ਲੰਗਰ ਖਾਣ ਦਾ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤਾ ਗਿਆ ਸੀ। ਇਹੀ ਮੌਕਾ ਹੁੰਦਾ ਹੈ ਜਦ ਇਹ ਲੋਕ ਖੁਸ਼ੀ ਤੇ ਗਮੀ ਦਾ ਇਜ਼ਹਾਰ ਕਰਦੇ ਹਨ। ਮਾਤਮ ਦੇ ਇਸ ਮਾਹੌਲ ਨੂੰ ਖੁਸ਼ੀ ਦੀ ਰਸਮ ਨਾਲ ਖਤਮ ਕੀਤਾ ਜਾਂਦਾ ਹੈ। ਇੱਕ ਜੋੜਾ ਔਰਤ ਅਤੇ ਮਰਦ ਦੇ ਰੂਪ ਵਿੱਚ ਤਿਆਰ ਕਰਕੇ ਸਭ ਰਸਮਾਂ ਨਿਭਾਉਂਦਿਆਂ ਉਹਨਾਂ ਦਾ ਵਿਆਹ ਕੀਤਾ ਜਾਂਦਾ ਹੈ, ਜੋ ਕਿ ਸਿਰਫ ਇੱਕ ਰਾਤ ਦਾ ਹੀ ਹੁੰਦਾ ਹੈ। ਮਹਿੰਦੀ ਲੱਗਦੀ ਹੈ, ਸਿਹਰੇ ਬੰਨੇ ਜਾਂਦੇ ਹਨ, ਬਰਾਤ ਢੁਕਦੀ ਆ ਤੇ ਡੋਲੀ ਵੀ ਵਿਦਾ ਹੁੰਦੀ ਹੈ। ਬੁਲਬੁਲ ਦੇ ਮਰਨੇ ਤੇ ਦਿੱਲੀ ਤੋਂ ਆਈ ਅੰਜੂ ਤੇ ਜੰਮੂ ਤੋਂ ਆਏ ਮਿਸ਼ਰੀ ਦਾ ਵਿਆਹ ਪੂਰੇ ਵਾਜੇ ਗਾਜੇ ਨਾਲ ਹੋਇਆ। ਗਾਉਣ ਵਜਾਉਣ ਤੇ ਨੱਚਣ ਵੇਲੇ ਸਭ ਨੇ ਧਰਤੀ ਪੁੱਟ ਸਿੱਟੀ। ਕੁਝ ਚਿਰ ਲਈ ਸਾਰਾ ਗਮ ਕਾਫੂਰ ਬਣ ਕੇ ਉੱਡ ਗਿਆ ਸੀ ਤੇ ਮਾਹੌਲ ਨੇ ਮਨ ਮਸਤਕ ਵਿੱਚ ਖੁਸ਼ੀ ਤੇ ਹੁਲਾਸ ਭਰ ਦਿੱਤਾ ਸੀ। ਆਖਰੀ ਦਿਨ ਰਸਮ ਮੁਤਾਬਕ ਸਾਰੀਆਂ ਟੋਲੀਆਂ ਨੇ ਵਿੱਤ ਮੁਤਾਬਕ ਘੜੇ ਵਿੱਚ ਪੈਸੇ ਪਾਏ। ਇਹ ਇੱਕ ਤਰ੍ਹਾਂ ਨਿਉਂਦੇ ਦੀ ਰਸਮ ਵਰਗੀ ਰੀਤ ਹੈ, ਜੋ ਕਿ ਆਰਥਿਕ ਸੰਕਟ ਨੂੰ ਪੂਰਨ ਲਈ ਕੀਤੀ ਜਾਂਦੀ ਹੈ। ਦਿਲ ਖੋਲ ਕੇ ਸਭ ਦਾਨ ਕਰਦੇ ਨੇ, ਜਿਵੇਂ ਕਿਤੇ ਇਹ ਪੁੰਨ ਸਿੱਧਾ ਦਰਗਾਹ ਦੇ ਨਾਮ ਦਾ ਹੋਵੇ। ਅਖੀਰਲੇ 10ਵੇਂ ਦਿਨ ਸਭ ਨੇ ਪਰਤ ਜਾਣਾ ਸੀ। ਮੀਰਾ ਬੇਹੱਦ ਉਦਾਸ ਤੇ ਥੱਕੀ ਹੋਈ ਸੀ। ਗੋਰੀ ਕੋਠੀ ਬੁਲਬੁਲ ਬਿਨਾਂ ਉਸ ਨੂੰ ਖਾਣ ਨੂੰ ਪੈਂਦੀ। ਸੋਗ ਦਾ ਭੋਗ ਪਾਉਂਦਿਆਂ ਹੀ ਵੱਡੀ ਪਦਵੀ ਵਾਲੇ ਮਹੰਤਾਂ ਨੇ ਮੀਰਾ ਨੂੰ ਮਹੰਤ ਮੀਰਾ ਦੀ ਪਦਵੀ ਨਾਲ ਨਿਵਾਜ ਦਿੱਤਾ।
ਤੇ ਗੋਰੀ ਕੋਠੀ ਦੀ ਮੁਖੀਆ ਦੇ ਤੌਰ ਤੇ ਸਾਰੀ ਜ਼ਿੰਮੇਵਾਰੀ ਸੰਭਾਲ ਦਿੱਤੀ। ਮਹੰਤ ਬੁਲਬੁਲ ਦੀ ਵੱਡੀ ਫਰੇਮ ਵਿੱਚ ਜੜੀ ਫੋਟੋ ਕੋਠੀ ਦੀ ਕੰਧ ਦੀ ਸ਼ਿੰਗਾਰ ਬਣ ਗਈ ਸੀ, ਜੋ ਕਦੇ ਆਪ ਦੀ ਨਾਚ ਕਲਾ ਵਿੱਚ ਸੰਗੀਤ ਦੇ ਸਿਰ ਤੇ ਗੋਰੀ ਕੋਠੀ ਦਾ ਮਾਣ ਸੀ। ਮਹੰਤ ਬੁਲਬੁਲ ਦੇ ਮਾਤਮ ਵਿੱਚ ਇੱਕ ਅੰਜੂ ਹੀ ਸੀ, ਜੋ ਕਿ ਦਿੱਲੀ ਤੋਂ ਇਕੱਲੀ ਆਈ ਸੀ। ਉਸ ਦਾ ਚੰਗਾ ਪਹਿਰਾਵਾ, ਰਹਿਣ ਸਹਿਣ ਤੇ ਬੋਲਣ ਦੀ ਲਿਆਕਤ ਤੋਂ ਪਤਾ ਚੱਲਦਾ ਸੀ ਕਿ ਚੰਗੀ ਪੜ੍ਹੀ ਲਿਖੀ ਸੀ। ਉਸ ਦੇ ਆਉਂਦਿਆਂ ਪਹਿਲੇ ਦਿਨ ਹੀ ਮੀਰਾ ਤੋਂ ਗੋਰੀ ਕੋਠੀ ਵਿੱਚ ਹੀ ਰਹਿਣ ਦੀ ਇਜਾਜ਼ਤ ਮੰਗ ਲਈ ਸੀ। ਉਹ ਸਿਰਫ ਦਿਨ ਦੇ ਸਮੇਂ ਪੈਲਸ ਵਿੱਚ ਰਹਿੰਦੀ ਅਤੇ ਰਾਤ ਗੋਰੀ ਕੋਠੀ ਦੇ ਮਹਿਮਾਨਾਂ ਵਾਲੇ ਕਮਰੇ ਵਿੱਚ ਹੀ ਕੱਟਦੀ। ਦਿਨ ਵਿੱਚ ਕਈ ਵਾਰ ਉਹ ਕਾਫੀ ਸਮਾਂ ਮੋਬਾਈਲ ਫੋਨ ਤੇ ਗੱਲਬਾਤ ਕਰਦੀ, ਜਿਵੇਂ ਕਿ ਉਹ ਕਿਸੇ ਚੰਗੇ ਤਕੜੇ ਕੰਮਕਾਰ ਵਿੱਚ ਰੁੱਝੀ ਹੋਵੇ। ਗੋਰੀ ਕੋਠੀ ਵਿੱਚ ਰਹਿਣ ਕਰਕੇ ਉਹ ਸਾਰੇ ਮੈਂਬਰਾਂ ਨਾਲ ਘੁਲ ਮਿਲ ਗਈ ਸੀ। ਮਾਤਮ ਖਤਮ ਹੋਣ ਤੇ ਉਸਨੇ ਨਿੱਜੀ ਕੰਮ ਦੀ ਵਜ੍ਹਾ ਕਰਕੇ ਕੁਝ ਦਿਨ ਰੁਕਣ ਲਈ ਮੀਰਾ ਨੂੰ ਕਿਹਾ, ਤਾਂ ਉਹ ਖੁਸ਼ ਹੁੰਦੀ ਬੋਲੀ, ਧੰਨ ਭਾਗ ਸਾਡੇ, ਜਿੰਨਾ ਚਿਰ ਮਰਜ਼ੀ ਰਹੇ ਅੰਜੂ। ਇਸ ਵਕਤ ਵਿੱਚ ਸਾਨੂੰ ਤਾਂ ਤੁਹਾਡੀ ਸਭ ਦੀ ਲੋੜ ਏ। ਸੌਣ ਤੋਂ ਪਹਿਲਾਂ ਇੱਕ ਰਾਤ ਮੀਰਾ ਤੇ ਅੰਜੂ ਦੇਰ ਰਾਤ ਤੱਕ ਗੱਲਾਂ ਲੱਗੀਆਂ ਰਹੀਆਂ। ਅਤੀਤ ਵਿੱਚ ਹੰਢਾਇਆ ਦਰਦ ਫਰੋਲਣ ਤੋਂ ਭਾਵੇਂ ਦੋਨੋਂ ਹਿਚਕਿਚਾ ਰਹੀਆਂ ਸਨ, ਪਰ ਜੜ੍ਹਾਂ ਨਾਲ ਸਾਂਝ ਕਿੱਥੋਂ ਖਤਮ ਹੁੰਦੀ ਹੈ। ਗੱਲਾਂ ਲੱਗੀ ਮੀਰਾ ਬੋਲੀ, ਤੂੰ ਤਾਂ ਅੰਜੂ ਕਾਫੀ ਪੜ੍ਹੀ ਲਿਖੀ ਲੱਗਦੀ ਏ, ਕਿਸਮਤ ਵਾਲੀ ਏ। ਮੈਂ ਤਾਂ ਅਨਪੜ੍ਹ ਬੁੱਝੜ ਨੇ ਹੀ ਜ਼ਿੰਦਗੀ ਬਿਤਾ ਲਈ ਤੇ ਲੱਗਦਾ ਇਉਂ ਹੀ ਬਿਨਾਂ ਕਿਸੇ ਗਿਆਨ ਤੋਂ ਦੁਨੀਆ ਛੱਡ ਜਾਣੀ ਆ। ਕਾਸ਼ ਮੈਂ ਵੀ ਤੇਰੇ ਵਾਂਗ ਆ ਚਬਰ ਚਬਰ ਅੰਗਰੇਜ਼ੀ ਬੋਲਦੀ, ਦੁਨੀਆ ਨੂੰ ਉਂਗਲੀਆਂ ਤੇ ਨਚਾਉਂਦੀ। ਆ ਜੀਵਨ ਤਾਂ ਡੰਗਰਾਂ ਸਮਾਨ ਆ। ਹਾਂ, ਪਰ ਤੂੰ ਕਿਉਂ ਨਾ ਪੜ੍ਹੀ ਫੇਰ? ਕਿ ਤੂੰ ਜੰਮਦੀ ਹੀ ਗੋਰੀ ਕੋਠੀ ਆ ਗਈ ਸੀ ਖੁਸਰਿਆਂ ਕੋਲ? ਅੰਜੂ ਨੇ ਪੁੱਛਿਆ। ਨਾ ਨਾ, 12 ਸਾਲਾਂ ਦੀ ਹੋ ਕੇ ਆਈ ਸੀ। ਮਾਪਿਆਂ ਨੇ ਘਰ ਰੱਖਿਆ ਪਾਲਿਆ, ਪਰ ਗਰੀਬੀ ਬਹੁਤੀ ਸੀ। ਬਾਪ ਨਾਲ ਆਵੇ ਤੇ ਕੰਮ ਕਰਦੀ, ਭਾਂਡੇ ਪਕਾਉਂਦੀ, ਮਿੱਟੀ ਕੁੱਟਦੀ ਰਹੀ। ਸਕੂਲ ਦਾ ਤੇ ਮੈਂ ਮੂੰਹ ਵੀ ਨਾ ਵੇਖਿਆ। ਪਰ ਫਿਰ ਇੱਥੇ ਕਿਵੇਂ? ਅੰਜੂ ਹੈਰਾਨੀ ਵਸ ਬੋਲੀ। ਜਿਉਂ-ਜਿਉਂ ਵੱਡੀ ਹੋਣ ਲੱਗੀ, ਆ ਮਰਦਾਨਾ ਆਵਾਜ਼ ਤੇ ਸਰੀਰਕ ਬਣਤਰ ਤੋਂ ਮੇਰੇ ਵਜੂਦ ਦਾ ਪਤਾ ਲੱਗਣ ਲੱਗਿਆ। ਪਿੰਡ ਦੇ ਜਵਾਕ ਮੈਨੂੰ ਬੱਦੂ ਕਰਨ ਲੱਗ ਪਏ। ਭੈਣ ਭਾਈ ਵੀ ਮੇਰੀ ਹੋਣ ਦੀ ਨਮੋਸ਼ੀ ਮੰਨਣ ਲੱਗ ਪਏ। ਫਿਰ ਮੇਰੇ ਹੀ ਮਨ ਵਿੱਚ ਆਇਆ ਕਿ ਇਹਨਾਂ ਵਿਚਾਰਿਆਂ ਦਾ ਕੀ ਦੋਸ਼। ਇਹਨਾਂ ਵਿਆਹ ਵੀ ਕਰਵਾਉਣੇ ਨੇ, ਗ੍ਰਸਤੀ ਵੀ ਵਸਾਉਣੀ ਆ। ਮੇਰੇ ਕਰਕੇ ਸਮਾਜ ਇਹਨਾਂ ਨੂੰ ਬਦੀਨ ਨਾ ਕਰੇ। ਮੈਂ ਕਿਉਂ ਅੰਮੀ ਜਾਇਆਂ ਦੇ ਰਾਹ ਕੰਡਿਆਲੀ ਬੋਰ ਬੀਜਾਂ, ਜਿਉਣਾ ਦੋਬਰ ਕਰਾਂ। ਅੰਮੀ ਅੱਬਾ ਬਥੇਰੇ ਕਲਪੇ, ਬਸ ਮਨ ਕਰੜਾ ਕਰਕੇ ਮੈਂ ਹੀ ਸਭ ਨੂੰ ਛੱਡ ਆਈ। ਉਹਨੇ ਉਮਰੋਂ ਲੰਮਾ ਹੌਕਾ ਭਰਦੀ ਮੀਰਾ ਬੋਲੀ। ਫੇਰ ਤਾਂ ਅੜਿਆ, ਤੂੰ ਕਿਸਮਤ ਵਾਲੀ ਏ। ਤੇਰੇ ਗਰੀਬ ਤੇ ਫਕੀਰ ਮਾਪੇ ਤੈਨੂੰ ਰੋਏ ਤਾਂ ਸਹੀ। ਮੈਨੂੰ ਬਦਕਿਸਮਤ ਨੂੰ ਤਾਂ ਮੇਰੇ ਅਮੀਰ ਮਾਪਿਆਂ ਨੇ ਘਰੋਂ ਧੱਕਾ ਦੇ ਕੇ ਕੱਢਿਆ ਸੀ। ਅੰਜੂ ਦੇ ਬੋਲ ਮਸਾਂ ਗਲੇ ਵਿੱਚੋਂ ਨਿਕਲੇ। ਹਾਏ ਮੈਂ ਮਰ ਜਾ, ਉਹ ਕਿਵੇਂ? ਮੇਰੇ ਮਾਂ-ਬਾਪ ਪੜ੍ਹੇ ਲਿਖੇ ਚੰਗੇ ਤਕੜੇ ਘਰ ਦੇ ਸਨ। ਦੋਨੋਂ ਬੈਂਕ ਵਿੱਚ ਨੌਕਰੀ ਕਰਦੇ ਸੀ। ਅੰਤਰਜਾਤੀ ਵਿੱਚ ਦੋਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਦੋਹੇ ਪਾਸੇ ਸਾਰੇ ਟੱਬਰ ਤੋਂ ਟੁੱਟ ਕੇ ਉਹਨਾਂ ਨੇ ਆਪਣੇ ਸੁਪਨਿਆਂ ਦਾ ਸੰਸਾਰ ਵਸਾਇਆ ਸੀ। ਸੁਣਿਆ ਸੀ ਕਿ ਦੋਨੋਂ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਂਦੇ ਸੀ। ਮੇਰਾ ਬਾਪ ਮੇਰੀ ਮਾਂ ਨੂੰ ਰਾਣੀਆਂ ਵਾਂਗ ਰੱਖਦਾ ਸੀ। ਉਹਦੇ ਪਿੱਛੇ ਉਸਨੇ ਸਾਰੇ ਜਹਾਨ ਨੂੰ ਛੱਡ ਦਿੱਤਾ ਸੀ। ਜਦੋਂ ਮੇਰੀ ਕੁੱਖ 'ਚ ਠਹਿਰਨ ਦੀ ਖਬਰ ਉਸਦੇ ਕੰਨੀ ਪਈ ਸੀ, ਤਾਂ ਉਹ ਮਾਂ ਨੂੰ ਹੱਥਾਂ ਤੇ ਚੋਗ ਚੁਗਾਉਂਦਾ ਸੀ। ਉਹਦੇ ਮੂੰਹ ਵਿੱਚ
ਬੁਰਕੀਆਂ ਪਾਉਂਦਾ। ਇਹ ਸਭ ਤਸਵੀਰਾਂ ਮੈਂ ਅੱਖੀਂ ਵੇਖੀਆਂ ਨੇ, ਪਰ ਬਸ ਮੇਰੇ ਦੁਨੀਆ ਵਿੱਚ ਆਉਣ ਦੀ ਦੇਰ ਸੀ। ਸਭ ਤਹਿਸ ਨਹਿਸ ਹੋ ਗਿਆ। ਉਹਨਾਂ ਦੇ ਸੁਪਨਿਆਂ ਦਾ ਸੰਸਾਰ ਉੱਜੜ ਗਿਆ ਸੀ। ਕਿੰਨੀ ਨਿਭਾਗੀ ਸੀ ਮੈਂ। ਉਹਨਾਂ ਦੀ ਜ਼ਿੰਦਗੀ ਦੇ ਸਾਰੇ ਰੰਗ, ਸਾਰੇ ਹਾਸੇ ਤੇ ਰੀਝਾਂ ਮੈਂ ਡੈਣ ਬਣ ਕੇ ਸੜਾਕ ਗਈ। ਅੰਜੂ ਬੇਹੱਦ ਉਦਾਸ ਹੁੰਦੀ ਬੋਲੀ, ਬਸ ਕਰ, ਇਉਂ ਨਾ ਬੋਲ, ਸਾਡੇ ਹੱਥ ਵਸ ਕੀ ਹੈ। ਮੀਰਾ ਦਰਦ ਭਰੂਨੀ ਬੋਲੀ, ਪਰ ਉਹਨਾਂ ਨੇ ਮੈਨੂੰ ਮੁੰਡਾ ਬਣਾ ਕੇ ਰੱਖ ਲਿਆ। ਸਾਰੀ ਦੁਨੀਆ ਤੋਂ ਚੋਰੀ ਉਹ ਹਰ ਦਿਨ ਮਰਦੇ ਜਿਉਂਦੇ। ਘਰ ਦੀਆਂ ਕੰਧਾਂ ਸਰਾਪੀਆਂ ਗਈਆਂ। ਮੇਰੀਆਂ ਅਣਭੋਲ ਗੱਲਾਂ ਤੇ ਚੋਚਲੇ ਉਹਨਾਂ ਨੂੰ ਖੁਸ਼ੀ ਦੀ ਥਾਂ ਰੋਜ਼ ਅੱਲੇ ਅੱਲੇ ਜ਼ਖਮ ਦਿੰਦੇ। ਦੋਹਾਂ ਦੇ ਚਿਹਰਿਆਂ ਦੀ ਰੌਣਕ ਨੂੰ ਗ੍ਰਹਿਣ ਲੱਗ ਗਿਆ। ਦੂਸ਼ਣਬਾਜ਼ੀ ਤੇ ਇਲਜ਼ਾਮਾਂ ਨੇ ਦੋਹਾਂ ਵਿਚਾਲੇ ਇੱਕ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਲੜਾਈ ਕਲੇਸ਼ ਨੇ ਘਰ ਵਿੱਚ ਪੱਕਾ ਡੇਰਾ ਲਾ ਲਿਆ। ਕਦੇ ਕਦੇ ਸਤੀ ਸਤਾਈ ਮੇਰੀ ਮਾਂ ਮੰਨਦੀ, ਪੜਾਸ ਮੈਨੂੰ ਕੁੱਟ ਕੇ ਕੱਢਦੀ ਤੇ ਫਿਰ ਘੰਟਿਆਂ ਬੱਧੀ ਪਛਤਾਵੇ ਦੀ ਮਾਰ ਰੋਂਦੀ ਰਹਿੰਦੀ। ਅਖੀਰ ਇੱਕ ਦਿਨ ਮੇਰੇ ਪਿਤਾ ਦੇ ਭੇਜੇ ਤਲਾਕ ਦੇ ਕਾਗਜ਼ਾਂ ਤੇ ਰਜ਼ਾਮੰਦੀ ਪ੍ਰਗਟਾ ਕੇ ਮਾਂ ਨੇ ਵੀ ਕਿਨਾਰਾ ਕਰਨ ਦਾ ਫੈਸਲਾ ਕਰ ਲਿਆ ਸੀ। ਪੇਕਿਆਂ ਸਹੁਰਿਆਂ ਵੱਲੋਂ ਕੋਈ ਕਲਾਮ ਨਹੀਂ ਸੀ ਕਰਦਾ, ਸੋ ਬੇਸਹਾਰਾ ਹੋਈ ਕਿਸੇ ਨਾਲ ਦਰਦ ਵੀ ਸਾਂਝਾ ਨਹੀਂ ਕਰ ਸਕਦੀ ਸੀ ਤੇ ਨਾ ਹੀ ਕੋਈ ਉਸ ਦੀ ਸਾਰ ਲੈਂਦਾ ਸੀ, ਸਿਵਾਏ ਮੇਰੇ ਇੱਕ ਚਾਚੇ ਤੋਂ। ਮਾਂ ਇੱਕ ਕਟੀ ਪਤੰਗ ਵਾਂਗ ਇਕੱਲੀ ਹੋ ਗਈ ਸੀ। ਉਸਦੇ ਨੈਣ ਪਿਆਲੇ ਖੂਹ ਦੀ ਟਿੰਡਾਂ ਵਾਂਗ ਭਰਦੇ ਡੁੱਲਦੇ ਰਹਿੰਦੇ। ਸਾਰੀ ਸਾਰੀ ਰਾਤ ਸਿਸਕੀਆਂ ਭਰਦੀ ਗੁਜ਼ਾਰ ਦਿੰਦੀ। ਅੱਛਾ, ਸ਼ੁਕਰ ਹੈ ਚਾਚਾ ਤਾਂ ਸੀ ਰਹਿਮ ਦਿਲ, ਜਿਸ ਦੇ ਮਨ ਮਿਹਰ ਪਈ ਤੇ ਰੱਬ ਬਣ ਕੇ ਬੋੜਿਆ। ਮੀਰਾ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ, ਰੱਬ ਤਾਂ ਰੱਬ ਹੀ ਹੁੰਦਾ। ਜੋ ਲੋਕ ਰੱਬ ਵਰਗੇ ਬਣ ਜਾਣ, ਜੇ ਲੋਕ ਰੱਬ ਵਰਗੇ ਬਣ ਜਾਣ ਤਾਂ ਕਿਸ ਗੱਲ ਦਾ ਘਾਟਾ। ਆ ਧਰਤੀ ਤੇ ਜ਼ੁਲਮ ਨਾ ਹੋਵੇ। ਫਿਰ ਤੂੰ ਮੇਰੀ ਪੂਰੀ ਗੱਲ ਸੁਣ, ਕਹਿ ਕੇ ਅੰਜੂ ਫਿਰ ਬੋਲਣ ਲੱਗੀ। ਮੇਰੀ ਮਾਂ ਨੂੰ ਆਸ ਸੀ ਕਿ ਡਾਕਟਰੀ ਇਲਾਜ ਜਾਂ ਆਪਰੇਸ਼ਨ ਨਾਲ ਮੈਂ ਠੀਕ ਹੋ ਜਾਣਾ, ਸੋ ਉਸਨੇ ਮੈਨੂੰ 7ਵੀਂ ਤੱਕ ਚੰਗੇ ਮਹਿੰਗੇ ਸਕੂਲ ਵਿੱਚ ਪੜ੍ਹਾਇਆ। ਮੇਰੀਆਂ ਹਰਕਤਾਂ ਬਹੁਤੀਆਂ ਕੁੜੀਆਂ ਨਾਲ ਮਿਲਦੀਆਂ ਸਨ, ਸੋ ਸਕੂਲ ਵਿੱਚ ਵੀ ਛੇੜਖਾਨੀ ਤੇ ਜ਼ਲਾਲਤ ਸ਼ੁਰੂ ਹੋ ਗਈ ਸੀ। ਉਦੋਂ ਤੱਕ ਮੇਰੀ ਮਾਂ ਦੇ ਮੇਰੇ ਚਾਚੇ ਨਾਲ ਸਰੀਰਕ ਸੰਬੰਧ ਕਾਇਮ ਹੋ ਗਏ ਸਨ। ਬੇਸਹਾਰੇ ਨੂੰ ਹਮਦਰਦੀ ਵਿਖਾ ਕੇ ਚਾਚੇ ਨੇ ਮਾਂ ਨੂੰ ਆਪ ਦੇ ਹੱਥੀਂ ਚੜਾ ਲਿਆ ਸੀ। ਘਰ ਵਿੱਚ ਉਸਦੀ ਹੀ ਹਕੂਮਤ ਚੱਲਣ ਲੱਗੀ। ਮਾਂ ਚਾਚੇ ਤੋਂ ਪੁੱਛੇ ਬਿਨਾਂ ਪੈਰ ਨਹੀਂ ਸੀ ਪੁੱਟਦੀ। ਇੱਕ ਦਿਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਇਆ ਚਾਚਾ ਇਹ ਕਹਿ ਕੇ ਮੈਨੂੰ ਨਾਲ ਲੈ ਗਿਆ ਕਿ ਹੁਣ ਇਸਨੇ ਵੱਡਾ ਹੋਣਾ ਹੈ, ਸਾਰੀ ਗੱਲ ਜੱਗ ਜ਼ਾਹਰ ਹੋ ਜਾਣੀ ਹੈ। ਤੂੰ ਕਾਂਤਾ ਇਸ ਨੂੰ ਮੇਰੇ ਕੋਲ ਪੜ੍ਹਨ ਲਈ ਲਾ ਦੇ। ਇੱਕ ਥਾਂ ਤੇ ਬਹੁਤੀ ਦੇਰ ਰਹਿਣ ਨਾਲ ਰਾਜ਼ ਖੁੱਲ੍ਹ ਜਾਵੇਗਾ। ਮਾਂ ਵੀ ਝੱਟ ਹੀ ਰਜ਼ਾਮੰਦ ਹੋ ਗਈ, ਜਿਵੇਂ ਉਹ ਇਹ ਭਾਰ ਲਾਹੁਣ ਲਈ ਮੁੱਦਤਾਂ ਤੋਂ ਹੀ ਤਿਆਰ ਬੈਠੀ ਹੋਵੇ। ਮੈਂ ਬਥੇਰਾ ਰੋਇਆ ਕੁਰਲਾਇਆ, ਪਰ ਲਾਡ ਨਾਲ ਪੁਚਕਾਰ ਕੇ ਚਾਚਾ ਮੈਨੂੰ ਪੂਨੇ ਲੈ ਗਿਆ ਸੀ। ਚਾਚਾ ਚਾਚੀ ਲਈ ਮੈਂ ਇੱਕ ਨੌਕਰ ਦੇ ਸਮਾਨ ਸੀ। ਚੰਗੀ ਗੱਲ ਸਿਰਫ ਇੱਕ ਸੀ ਕਿ ਮੈਂ ਸਕੂਲ ਚਾਲੂ ਰੱਖ ਸਕਿਆ। ਪੜ੍ਹਾਈ ਵਿੱਚ ਕਾਫੀ ਤੇਜ਼ ਸੀ, ਪਰ ਘਰ ਵਿੱਚ ਭਾਂਡੇ ਧੋਣ, ਕੱਪੜੇ ਪ੍ਰੈਸ ਕਰਨੇ, ਚਾਚੇ ਦੇ ਬੱਚਿਆਂ ਨੂੰ ਸਾਂਭਣਾ ਆਦਿ ਸਾਰੇ ਕੰਮ ਮੇਰੇ ਜ਼ਿੰਮੇ ਸਨ। ਮੈਨੂੰ ਮੇਰੀ ਬੇਬਸੀ ਦਾ ਵੀ ਪਤਾ ਸੀ, ਸੋ ਚੁੱਪਚਾਪ ਮੈਂ ਹਾਲਾਤ ਨਾਲ ਸਮਝੌਤਾ ਕਰਦਾ ਰਹਿੰਦਾ। 10ਵੀਂ ਜਮਾਤ ਦੇ ਪੇਪਰਾਂ ਤੋਂ ਬਾਅਦ ਛੁੱਟੀਆਂ ਹੋਈਆਂ।
ਚਾਚੀ ਤਾਂ ਬੱਚਿਆਂ ਨੂੰ ਲੈ ਕੇ ਆਪ ਦੇ ਪੇਕੇ ਚਲੀ ਗਈ ਸੀ ਜਾਂ ਭੇਜੀ ਗਈ, ਤੇ ਮੇਰੀ ਮਾਂ ਨੇ ਮੈਨੂੰ ਲੈਣ ਆਉਣਾ ਸੀ। ਇੱਕ ਰਾਤ ਪਹਿਲਾਂ ਚਾਚੇ ਨੇ ਘਰ ਇੱਕ ਪਾਰਟੀ ਰੱਖੀ। ਉਸਦੇ ਦੋਸਤ ਮਿੱਤਰ ਆਏ। ਮੀਟ ਸ਼ਰਾਬ ਦੇਰ ਰਾਤ ਤੱਕ ਵਰਤਦਾ ਰਿਹਾ। ਮੈਂ ਇਹ ਪਾਰਟੀ ਤੇਰੇ 10ਵੀਂ ਪਾਸ ਕਰਨ ਦੀ ਖੁਸ਼ੀ 'ਚ ਰੱਖੀ ਆ, ਚਾਚੇ ਨੇ ਮੈਨੂੰ ਕਿਹਾ। ਪਰ ਅਜਿਹੀ ਮੋਹ ਮੁਹੱਬਤ ਉਸ ਵੱਲੋਂ ਮੈਂ ਪਹਿਲੀ ਵਾਰ ਵੇਖੀ ਸੀ। ਮੈਂ ਵੀ ਭੱਜ ਕੇ ਖਾਣ ਪੀਣ ਵਰਤਾਉਂਦਾ ਰਿਹਾ। ਸਭ ਦੋਸਤਾਂ ਨੇ ਰੱਜ ਕੇ ਸ਼ਰਾਬ ਪੀਤੀ। ਹਾਸਾ ਠੱਠਾ ਚੱਲਦਾ ਰਿਹਾ ਤੇ ਹੌਲੀ ਹੌਲੀ ਖਾ ਪੀ ਕੇ ਇੱਕ ਕਰਕੇ ਸਭ ਖਿਸਕਦੇ ਰਹੇ। ਸਭ ਤੋਂ ਕਰੀਬੀ ਦੋਸਤ ਮਹੇਸ਼ ਤੇ ਰਾਜੇ ਨੂੰ ਗੇਟ ਤੇ ਛੱਡ ਕੇ ਆਉਂਦਾ ਚਾਚਾ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਿਹਾ ਸੀ ਤੇ ਥਲਥਲਾਉਂਦੀ ਜਿਹੀ ਆਵਾਜ਼ 'ਚ ਉਹ ਬੋਲਿਆ, ਭਤੀਜ, ਪਾਰਟੀ ਤਾਂ ਤੇਰੀ ਖੁਸ਼ੀ ਵਿੱਚ ਕੀਤੀ ਆ, ਤੂੰ ਵੀ ਅੱਜ ਘੁੱਟ ਕਲਾ ਹੀ ਲਾ। ਨਾ ਚਾਚਾ, ਮਾਂ ਗੁੱਸੇ ਹੋਊ, ਮੈਂ ਨਹੀਂ ਪੀਣੀ, ਮੈਂ ਕਿਹਾ। ਲੈ, ਮਾਂ ਤੇਰੀ ਗੁੱਸੇ ਹੋਣ ਨੂੰ ਇੱਥੇ ਬੈਠੀ ਆ ਕਿਤੇ, ਆਪਾਂ ਕਿਹੜਾ ਦੱਸਣਾ ਉਹਨੂੰ। ਜ਼ਬਰਦਸਤੀ ਵਿਸਕੀ ਦਾ ਪੈਗ ਬਣਾ ਕੇ ਮੇਰੇ ਮੂੰਹ ਨੂੰ ਲਾਉਂਦਾ ਚਾਚਾ ਇੰਨਾ ਕਰੀਬੀ ਕਦੇ ਨਹੀਂ ਸੀ ਲੱਗਿਆ। ਹਾਏ ਮੈਂ ਮਰ ਜਾਵਾਂ। ਸਰੀਰ ਨੂੰ ਸੁਕੇੜਦੀ ਮੀਰਾ ਪਰਵੱਟੇ ਉੱਤੇ ਚੁੱਕਦੀ ਬੋਲੀ। ਨਿਆਣੀ ਮੱਤ, ਡਰਦੇ ਨੇ ਮੈਂ ਵੀ ਗਲਾਸ ਫੜ ਕੇ ਮੂੰਹ ਨੂੰ ਲਾਇਆ ਤੇ ਮੋਹਰਾ ਸਮਝ ਕੇ ਪੀ ਮਾਰਿਆ ਜਦ ਤੱਕ ਗਲਾਸ ਦਾ ਥੱਲਾ ਨਾ ਦਿਸਿਆ। ਬਸ ਅਜਬ ਜਿਹੀ ਲੋੜ ਸਰੀਰ ਵਿੱਚ ਪੈਦਾ ਹੋਈ। ਚਾਚੇ ਨੇ ਨਾਲ ਦੀ ਨਾਲ ਹੀ ਇੱਕ ਹੋਰ ਪੈਗ ਮੇਰੇ ਹੱਥ ਫੜਾ ਦਿੱਤਾ। ਮੈਂ ਪੂਰਾ ਨਸ਼ੇ ਵਿੱਚ ਹੋ ਗਿਆ ਸੀ। ਮੇਰੀ ਜ਼ੁਬਾਨ ਤੇ ਕਦਮ ਥਰਕ ਰਹੇ ਸਨ। ਚਾਚੇ ਨੇ ਆਪਣੀ ਗਿਣੀ ਮਿਥੀ ਸਾਜ਼ਿਸ਼ ਅਧੀਨ ਮੇਰੇ ਸਰੀਰ ਨਾਲ ਛੇੜਛਾੜ ਸ਼ੁਰੂ ਕੀਤੀ। ਮੇਰੇ ਰੋਕਣ ਤੇ ਉਸਨੇ ਕੁਰਕੀ ਮਾਰੀ ਤੇ ਚੁੱਪ ਰਹਿਣ ਲਈ ਢਿੱਡ ਵਿੱਚ ਹੁੱਜ ਮਾਰੀ। ਹਾਏ, ਫੇਰ ਅੰਜੂ, ਯਾ ਅੱਲਾ ਰਹਿਮ ਕਰ, ਮੀਰਾ ਦੇ ਮੂੰਹੋਂ ਖੁਦ ਬਖੁਦ ਨਿਕਲਿਆ। ਬਸ ਫਿਰ ਚਾਚੇ ਨੇ ਰੱਜ ਕੇ ਮਨਮਾਨੀ ਕੀਤੀ। ਮੈਂ ਦਰਦ ਨਾਲ ਰੋਇਆ ਕੁਰਲਾਇਆ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਖਾਲੀ ਘਰ ਦੀਆਂ ਕੰਧਾਂ ਤੋਂ ਬਿਨਾਂ ਉਸ ਕੁਕਰਮ ਦਾ ਕੋਈ ਹੋਰ ਗਵਾਹ ਨਹੀਂ ਸੀ। ਮੇਰਾ ਦਰਦ ਤੇ ਚੀਕਾਂ ਕਿਸੇ ਨੇ ਨਾ ਸੁਣੀਆਂ। ਸਾਰੀ ਰਾਤ ਕਈ ਵਾਰ ਚਾਚੇ ਨੇ ਮੈਨੂੰ ਨੋਚਿਆ। ਉਸ ਦਾ ਉਹ ਵਹਿਸ਼ੀ ਰੂਪ ਵੇਖ ਕੇ ਮੈਂ ਅੰਤਾਂ ਦਾ ਡਰ ਗਿਆ ਸੀ ਅਤੇ ਮੈਨੂੰ ਭਲੀ ਭਾਂਤ ਪਤਾ ਲੱਗ ਗਿਆ ਸੀ ਕਿ ਇਹ ਪਾਰਟੀ ਕਿਸ ਖੁਸ਼ੀ ਵਿੱਚ ਕੀਤੀ ਗਈ ਸੀ। ਅਗਲੇ ਦਿਨ ਦੁਪਹਿਰੇ ਮਾਂ ਵੀ ਪਹੁੰਚ ਗਈ ਸੀ। ਦੂਰ ਦੀ ਬਾਟ ਹੋਣ ਕਰਕੇ ਆਈ ਉਹ ਵੀ ਰਾਤ ਰਹਿ ਗਈ। ਉਹ ਰਾਤ ਵੀ ਚਾਚੇ ਲਈ ਰੰਗ ਰਲੀਆਂ ਵਾਲੀ ਰਾਤ ਸੀ। ਮੇਰੇ ਕਲੇਜੇ ਸੱਪ ਲਿਟ ਰਿਹਾ ਸੀ ਕਿ ਜਿਸ ਵਹਿਸ਼ੀ ਦਰਿੰਦੇ ਨੇ ਮੈਨੂੰ ਲਹੂ ਲੁਹਾਨ ਕੀਤਾ, ਮੇਰੀ ਹੀ ਮਾਂ ਉਸ ਨਾਲ ਸੌਂ ਰਹੀ ਹੈ। ਪਤਾ ਨਹੀਂ ਮੀਰਾ, ਇਹ ਔਂਤਰੀ ਸਰੀਰਕ ਭੁੱਖ ਕਿੰਨੀ ਕੁ ਤਕੜੀ ਹੁੰਦੀ ਹੈ, ਆਪਾਂ ਕੀ ਜਾਣੀਏ। ਪਰ ਸੱਚ ਜਾਣੀ, ਉਹ ਰਾਤ ਜਦ ਵੀ ਚੇਤਿਆਂ ਵਿੱਚ ਆਉਂਦੀ ਹੈ ਤਾਂ ਮੇਰੇ ਜਿਸਮ ਵਾਂਗ ਮੇਰੀ ਰੂਹ ਵੀ ਲਹੂ ਲੁਹਾਨ ਹੋ ਜਾਂਦੀ ਹੈ। ਬੇਗਾਨੇ ਦਰਦ ਦੇਣ ਤਾਂ ਗੱਲ ਬਣਦੀ ਆ, ਪਰ ਆਪਦੇ ਦੇ ਮਾਰੇ ਤਾਂ ਫੁੱਲਾਂ ਦੀ ਪੀੜ ਵੀ ਜਰਨੀ ਔਖੀ ਹੁੰਦੀ ਹੈ। ਪਰ ਹਾਂ, ਉਸ ਦਿਨ ਮੈਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਖੁਸਰਿਆਂ ਦਾ ਰਿਸ਼ਤਿਆਂ ਨਾਲ ਵਾਹ ਵਾਸਤਾ ਨਹੀਂ ਹੁੰਦਾ। ਪਰ ਤੇਰੀ ਮਾਂ ਨੇ ਮਤਲਬ ਕੁਝ ਨਾ ਕਿਹਾ, ਮੀਰਾ ਨੇ ਪੁੱਛਿਆ। ਪਤਾ ਨਹੀਂ ਮੀਰਾ, ਉਸ ਰਾਤ ਚਾਚੇ ਨੇ ਮਾਂ ਨੂੰ ਕੀ ਪੜ੍ਹਾਇਆ ਜਾਂ ਕੀ ਲਾਲਚ ਦਿੱਤਾ, ਜਾਂ ਰੱਬ ਜਾਣੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ। ਚਾਚੇ ਨਾਲ ਰਲ ਕੇ ਅਗਲੀ ਸਵੇਰ ਮਾਂ ਉਖੜੀ ਸੀ ਤੇ ਮੈਨੂੰ 100 ਦਾ ਨੋਟ ਫੜਾਉਂਦਿਆਂ ਕਿਹਾ, ਜਾ ਅੱਬੂ, ਹੁਣ ਤੂੰ ਵਲਸਿਰ ਹੋ ਗਿਆ, ਆਪ ਦੀ ਜ਼ਿੰਦਗੀ ਆਪ ਜਿਉਂ, ਮੈਂ ਬੇਵਸ ਹਾਂ। ਮੇਰਾ ਤਾਂ ਸਰੀਰ ਸੁੰਨ ਹੋ ਗਿਆ। ਸਹੁੰ ਗੁਰੂ ਦੀ,
ਮੈਂ ਬਥੇਰਾ ਰੋਇਆ, ਤਰਲੇ ਪਾਏ ਕਿ ਮਾਂ, ਮੈਂ ਤਾਂ ਤੇਰਾ ਇੱਕੋ ਇੱਕ ਅੱਬੂ ਆ। ਤਪਦੀਆਂ ਤਿੱਖੜ ਦੁਪਹਿਰਾਂ ਵੇਲੇ ਤੇਰੇ ਲਈ ਸੰਘਣੀ ਛਾਂ ਬਣਾਂਗਾ ਤੇ ਲੋਡੇ ਵੇਲੇ ਤੇਰੀ ਵਿਸਾਖੀ। ਪੜ੍ਹ ਲਿਖ ਕੇ ਤੇਰਾ ਸਹਾਰਾ ਬਣੂੰਗਾ ਅੰਮੀਏ। ਤੂੰ ਇਸ ਤਰ੍ਹਾਂ ਕਿਵੇਂ ਕਹਿ ਸਕਦੀ ਹੈ? ਮਾਂ ਨਾਲ ਜ਼ੁਬਾਨ ਨਹੀਂ ਲੜਾਈਦੀ। ਤੈਨੂੰ ਜਨਮ ਦੇ ਕੇ ਪਾਲਿਆ, ਪੜ੍ਹਾਇਆ ਤੇ ਦੁਨੀਆ ਵਿੱਚ ਰਹਿਣ ਯੋਗ ਬਣਾਇਆ। ਤੇਰੇ ਵਰਗੇ ਹੋਰ ਬਹੁਤ ਨੇ, ਜਾ ਉਹਨਾਂ ਨਾਲ ਰਲ ਜਾ ਕੇ। ਬਿਨਾਂ ਮੇਰੇ ਨਾਲ ਨਜ਼ਰਾਂ ਮਿਲਾਏ ਮਾਂ ਬੋਲੀ। ਪਰ ਮਾਂ, ਉਹ ਮੇਰੇ ਕੀ ਲੱਗਦੇ ਨੇ? ਕਿਉਂ ਰੱਖਣਗੇ ਮੈਨੂੰ? ਇਸ ਇੰਨੀ ਵੱਡੀ ਦੁਨੀਆ ਵਿੱਚ ਮੇਰਾ ਤਾਂ ਤੇਰੇ ਤੋਂ ਬਗੈਰ ਕੋਈ ਵੀ ਨਹੀਂ। ਪਾਪਾ ਛੱਡ ਗਏ ਨੇ, ਹੁਣ ਤੂੰ ਨਾ ਛੱਡ ਮੈਨੂੰ। ਹਾੜਾ ਹੀ ਹੱਥ ਬੰਨ੍ਹਦਾ ਗਿੜਗਿੜਾਉਂਦਾ ਹੋਇਆ ਮੈਂ ਉਸਦੇ ਪੈਰੀਂ ਬਹਿ ਗਿਆ ਸੀ। ਪਰ ਸੱਚ ਜਾਣੀ ਰਿਸ਼ਤਿਆਂ ਦੇ ਸੌਦਿਆਂ ਵਿੱਚ ਬੜਾ ਘਾਟਾ ਖਾਧਾ ਮੈਂ। ਮਾਂ ਦਾ ਦਿਲ ਪਿਘਲਦਾ ਦੇਖ ਕੇ ਚਾਚਾ ਫਿਰ ਮੋਹਰੇ ਹੋ ਗਿਆ ਤੇ ਬੋਲਿਆ, ਓਏ ਅਸੀਂ ਤੇਰੇ ਦੁਸ਼ਮਣ ਨਹੀਂ ਆ, ਤੇਰਾ ਭਲਾ ਹੀ ਸੋਚਦੇ ਆ। ਆ 50 ਰੁਪਏ ਹੋਰ ਚੁੱਕ ਕਿਰਾਏ ਭਾੜੇ ਲਈ ਅਤੇ ਆਪ ਦੀ ਜ਼ਿੰਦਗੀ ਜਿਉਣੀ ਸਿੱਖ। ਇਹ ਕੱਲੀ ਕੈਰੀ ਤਾਂ ਪਹਿਲਾਂ ਹੀ ਤੇਰੇ ਕਰਕੇ ਬਰਬਾਦ ਹੋ ਚੁੱਕੀ ਆ। ਬਸ ਉਸ ਦਿਨ ਮੇਰੀਆਂ ਮਿੰਨਤਾਂ ਤਰਲੇ ਵੀ ਚਾਚੇ ਦੀ ਦਲੀਲ ਮੋਹਰੇ ਫਿੱਕੀਆਂ ਪੈ ਗਈਆਂ ਸਨ। ਮਾਂ ਚੁੱਪ ਸੀ ਤੇ ਮੈਂ ਵੀ ਸਮਝ ਗਿਆ ਸੀ ਕਿ ਹੁਣ ਗਿੜਗਿੜਾਉਣ ਦਾ ਕੋਈ ਫਾਇਦਾ ਨਹੀਂ।